ਨਵਾਂਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਿਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਪੂਨਮ ਮਾਨਕ ਦੇ ਹੱਕ ਦੇ ਵਿੱਚ ਅੱਜ ਸਰਦਾਰ ਹਰਜੀਤ ਸਿੰਘ ਗਰੇਵਾਲ ਸੀਨੀਅਰ ਆਗੂ ਨਵਾਂਸ਼ਹਿਰ ਪਹੁੰਚੇ। ਪੱਤਰਕਾਰ ਪ੍ਰਦੇਸੀ ਦੀ ਰਿਪੋर्ट ਨਵਾਂਸ਼ਹਿਰ। ਕੰਮ ਕਿਹੜਾ ਕਰਦੇ ਹਾਂ ਕਿਉਂਕਿ ਮੇਰੇ ਕੋਲ ਭਾਰਤ ਤੇ ਸਹਿਯੋਗ ਮੰਚ ਦੀ ਆਲਰੇਡੀ ਆ ਵਰਕਿੰਗ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਹੈ ਅਤੇ ਭੈਣ ਜੀ ਉਹਦੇ 'ਚ ਵੀ ਸਾਡੇ ਅਸੀਂ ਇਕੱਠੇ ਕੰਮ ਕਰਦੇ ਹਾਂ। ਅਤੇ ਮੈਂ ਇਹ ਸਮਝਦਾ ਕਿ ਇਹਨਾਂ ਦਾ ਸੰਗਠਨ ਦੇ ਨਾਲ ਜੁੜੇ ਹੋਏ ਆ ਔਰ ਬੜਾ ਸਮਰਪਣ ਆ। ਔਰ ਜ਼ਿਲ੍ਹਾ ਪ੍ਰਧਾਨ ਵੀ ਸਾਡੇ ਬੀਜੇਪੀ ਦੇ ਇੱਥੇ ਜਿਸ ਹਾਲਾਤ ਦੇ ਅੰਦਰ ਇਹਨਾਂ ਨੇ ਕੰਮ ਕੀਤਾ, ਜਿਸ ਬਹਾਦਰੀ ਨਾਲ, ਮੈਂ ਸਮਝਦਾ ਕਿ ਮਹਿਲਾਵਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਔਰ ਇਸ ਤਰ੍ਹਾਂ ਦਾ ਜਜ਼ਬਾ ਵੀ ਹੋਣਾ ਚਾਹੀਦਾ ਕੰਮ ਕਰਨ ਦਾ ਜੋ ਇਹਨਾਂ ਨੇ। ਅਤੇ ਗੁਰੂ ਪ੍ਰਕਾਸ਼ ਜੀ ਸਾਡੇ ਰਾਸ਼ਟਰੀ ਪ੍ਰਵਕਤਾ ਨੇ ਬੀਜੇਪੀ ਦੇ ਨੈਸ਼ਨਲ ਸਪੋਕਸ ਪਰਸਨ ਔਰ ਬਿਹਾਰ ਤੋਂ ਇਹ ਅੱਜ ਸਪੈਸ਼ਲੀ ਆਏ ਆ। ਅਤੇ ਭੈਣ ਜੀ ਸਾਡੇ ਪੁਰਾਣਾ ਅਸੀਂ ਤਾਂ ਸਾਡਾ ਤਾਂ ਆਪਸ 'ਚ ਕੰਮ ਕਿਹੜਾ ਕਰਦੇ ਹਾਂ ਕਿਉਂਕਿ ਮੇਰੇ ਕੋਲ ਭਾਰਤ ਤੇ ਸਹਿਯੋਗ ਮੰਚ ਦੀ ਵੀ ਆਲਰੇਡੀ ਆ ਵਰਕਿੰਗ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਹੈ ਅਤੇ ਭੈਣ ਜੀ ਉਹਦੇ 'ਚ ਵੀ ਸਾਡੇ ਅਸੀਂ ਇਕੱਠੇ ਕੰਮ ਕਰਦੇ ਹਾਂ। ਅਤੇ ਮੈਂ ਇਹ ਸਮਝਦਾ ਕਿ ਇਹਨਾਂ ਦਾ ਸੰਗਠਨ ਦੇ ਨਾਲ ਜੁੜੇ ਹੋਏ ਆ ਔਰ ਬੜਾ ਸਮਰਪਣ ਆ। ਔਰ ਜ਼ਿਲ੍ਹਾ ਪ੍ਰਧਾਨ ਵੀ ਸਾਡੇ ਬੀਜੇਪੀ ਦੇ ਇੱਥੇ ਜਿਸ ਹਾਲਾਤ ਦੇ ਅੰਦਰ ਇਹਨਾਂ ਨੇ ਕੰਮ ਕੀਤਾ, ਜਿਸ ਬਹਾਦਰੀ ਨਾਲ, ਮੈਂ ਸਮਝਦਾ ਕਿ ਮਹਿਲਾਵਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਔਰ ਇਸ ਤਰ੍ਹਾਂ ਦਾ ਜਜ਼ਬਾ ਵੀ ਹੋਣਾ ਚਾਹੀਦਾ ਕੰਮ ਕਰਨ ਦਾ ਜੋ ਇਹਨਾਂ ਨੇ ਦਿਖਾਇਆ। ਅਤੇ ਅੱਜ ਮੈਂ ਸਪੈਸ਼ਲੀ ਪੱਤਰਕਾਰ ਵੀਰਾਂ ਤੋਂ ਵੀ ਸਹਿਯੋਗ ਮੰਗਦਾ ਕਿ ਇਸ 'ਚ ਸਾਡਾ ਸਾਥ ਦਿਓ ਔਰ ਸਾਡੇ ਕੈਂਡੀਡੇਟ ਸਾਫ ਸੁਥਰਾ, ਪਹਿਲੀ ਗੱਲ ਤਾਂ ਉਮੀਦਵਾਰ ਦੇਖਣਾ ਹੁੰਦਾ, ਫਿਰ ਉਸ ਤੋਂ ਬਾਅਦ ਸਾਡੀ ਪਾਰਟੀ ਦੁਨੀਆ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਸੀ ਮੈਂਬਰਸ਼ਿਪ ਦੇ ਹਿਸਾਬ ਨਾਲ ਔਰ ਕੰਮ ਕਰਨ ਦਾ ਸਾਡਾ ਤਰੀਕਾ ਬੜਾ ਸਾਫ ਸੁਥਰਾ। ਅਤੇ ਦੂਸਰੀਆਂ ਪਾਰਟੀਆਂ ਤੋਂ ਅਸੀਂ ਹਰ ਉਸ ਬਿਹਤਰ ਆ। ਸਾਡਾ ਜਿਹੜਾ ਯੁੱਗ ਪੁਰਸ਼ ਦੀਨ ਦਿਆਲ ਉਪਾਧਿਆਏ ਜੀ ਨੇ ਜਿਹੜਾ ਵਿਚਾਰ ਸਾਨੂੰ ਦਿੱਤਾ, ਉਹ ਵਿਚਾਰ ਆ ਕਿ ਜਿਹੜਾ ਆਖਰੀ ਵਿਅਕਤੀ ਆ ਜਿਹਦੇ ਸਿਰ 'ਤੇ ਛੱਤ ਨਹੀਂ, ਜਿਹਦੇ ਤਨ 'ਤੇ ਕੱਪੜਾ ਨਹੀਂ, ਜਿਹਦੇ ਪੇਟ ਨੂੰ ਰੋਟੀ ਨਹੀਂ, ਜਦੋਂ ਤੱਕ ਉਸ ਦਾ ਭਲਾ ਨਹੀਂ ਹੋਏਗਾ ਉਦੋਂ ਤੱਕ ਦੇਸ਼ ਦਾ, ਸਮਾਜ ਦਾ ਭਲਾ ਨਹੀਂ ਹੋ ਸਕਦਾ। ਅਸੀਂ ਜਿਹੜੇ 14 ਕਰੋੜ ਤੋਂ ਵੱਧ ਵਰਕਰ ਸਿਰ ਜੋੜ ਕੇ ਬੈਠਦੇ ਹਾਂ, ਕਿਸੇ ਇੱਕ ਨੂੰ ਮੁੱਖ ਮੰਤਰੀ, ਪ੍ਰਧਾਨ ਮੰਤਰੀ ਜਾਂ MLA ਜਾਂ MP ਬਣਾਉਣ ਲਈ ਨਹੀਂ ਬੈਠਦੇ। ਅਸੀਂ ਉਹਨਾਂ ਗਰੀਬਾਂ ਦੇ ਭਲੇ ਲਈ, ਉਸ ਵਿਚਾਰਧਾਰਾ ਦੇ ਪੂਰਕ ਬਣਨ ਦੇ ਲਈ ਬੈਠਦੇ ਹਾਂ ਕਿਉਂਕਿ ਜਦੋਂ MLA MP ਜਾਂ ਪ੍ਰਧਾਨ ਮੰਤਰੀ ਅਸੀਂ ਬਣਾਉਂਦੇ ਹਾਂ ਤਾਂ ਉਹ ਸਾਡੇ ਸਹਾਇਕ ਹੁੰਦੇ ਆ ਉਸ ਵਿਚਾਰਧਾਰਾ ਨੂੰ ਪੂਰਕ ਕਰਨ 'ਚ, ਉਹਨਾਂ ਲੋਕਾਂ ਦਾ ਭਲਾ ਕਰਨ 'ਚ। ਕਿਉਂਕਿ ਅੱਜ ਕੱਲ੍ਹ ਅਲੱਗ-ਅਲੱਗ ਐਸੀਆਂ ਪੋਲੀਟੀਕਲ ਪਾਰਟੀਆਂ ਆ ਗਈਆਂ ਜਿਹੜੇ ਕਿ ਵਿਅਕਤੀਵਾਦੀ ਸੰਗਠਨ ਨੇ, ਜਿਨ੍ਹਾਂ ਨੂੰ ਪਰਿਵਾਰ ਚਲਾਉਂਦੇ ਨੇ, ਪਰਿਵਾਰਕ ਦਲ। ਉਹ ਲੋਕਤੰਤਰ ਦੇ ਲਈ ਬਹੁਤ ਬੜਾ ਖਤਰਾ ਹੈ। ਜਦੋਂ ਉਹ ਸੱਤਾ 'ਚ ਆਉਂਦੇ ਨੇ ਤਾਂ ਉਹ ਲੋਕਾਂ ਦਾ ਭਲਾ ਕਰਨ ਦੀ ਬਜਾਏ ਉਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਲੱਗ ਜਾਂਦੇ ਆ। ਤੁਸੀਂ ਇੱਥੇ ਪੰਜਾਬ 'ਚ ਵੀ ਦੇਖਿਆ, ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ 27 ਪਰਿਵਾਰ ਆ ਜਿਹੜੇ ਰਾਜ ਕਰਦੇ ਆ, ਚਾਹੇ ਵਿਧਾਇਕ ਤੁਸੀਂ ਉਹਨਾਂ ਦੇ 90 ਬਣਾ ਦਿਓ, ਉਹਨਾਂ 'ਚੋਂ ਹੀ ਮੁੱਖ ਮਿਨਿਸਟਰ, ਉਹਨਾਂ 'ਚੋਂ ਹੀ ਮਿਨਿਸਟਰ ਬਣਦਾ। ਔਰ ਜਦੋਂ ਅਕਾਲੀ ਦਲ ਦੀ ਆਉਂਦੀ ਆ ਉਹਨਾਂ ਨੇ ਗਿਣਤੀ ਨਹੀਂ ਕਰਨ ਦੀ ਜ਼ਰੂਰਤ ਛੱਡੀ, ਇੱਕੋ ਹੀ ਪਰਿਵਾਰ। ਅਤੇ ਇਸ ਕਰਕੇ ਭਾਰਤੀ ਜਨਤਾ ਪਾਰਟੀ 'ਚ ਕੋਈ ਵੀ ਸਧਾਰਨ ਕਾਰਜਕਰਤਾ, ਕਿਸੇ ਵੀ ਸਧਾਰਨ ਪਰਿਵਾਰ ਦਾ ਬੱਚਾ, ਕਿਸਾਨ ਪਰਿਵਾਰ ਦਾ, ਉਹ MLA ਵੀ ਹੋ ਸਕਦਾ, MP ਵੀ ਹੋ ਸਕਦਾ, ਮੁੱਖ ਮੰਤਰੀ ਵੀ ਹੋ ਸਕਦਾ ਔਰ ਪ੍ਰਧਾਨ ਮੰਤਰੀ ਵੀ ਹੋ ਸਕਦਾ। ਇਸ ਲਈ ਮੈਂ ਸਮਝਦਾ ਕਿ ਇਹ ਪਾਰਟੀ ਜਿਹੜੀ ਹੈ ਦੂਜਿਆਂ ਤੋਂ ਅਸੀਂ ਅਲੱਗ ਹੈਗੇ ਹਾਂ। ਸਾਡੀ ਸੋਚ ਵੀ ਅਲੱਗ ਆ, ਸਾਡਾ ਕੰਮ ਕਰਨ ਦਾ ਤਰੀਕਾ ਅਲੱਗ ਆ, ਉਹ ਬਿਹਤਰ। ਅਤੇ ਪੰਜਾਬ ਦੇ ਭਲੇ ਲਈ ਇਹ ਜ਼ਰੂਰੀ ਹੈ ਕਿ ਬਾਰਡਰ ਸਟੇਟ ਹੈ, ਇੱਥੇ ਭਾਰਤੀ ਜਨਤਾ ਪਾਰਟੀ ਸੱਤਾ 'ਚ ਹੋਵੇ ਔਰ ਇਹ ਦੇਸ਼ ਦੀ ਮੁੱਖ ਧਾਰਾ ਨਾਲ ਪੰਜਾਬ ਜੁੜਿਆ ਰਹੇ, ਇਹਦੇ ਲਈ ਵੀ ਇਹ ਜ਼ਰੂਰੀ ਹੈ। ਅਤੇ ਮੈਂ ਇਹ ਸਮਝਦਾ ਕਿ ਇਸ ਦੇ ਪੂਰਕ ਬਣਨ ਲਈ ਹਰ ਪੰਜਾਬੀ ਨੂੰ ਇਹਦੇ 'ਚ ਯੋਗਦਾਨ ਪਾਉਣਾ ਚਾਹੀਦਾ। ਅਸੀਂ ਕਿਸੇ ਇੱਕ ਧਰਮ ਦੀ, ਇੱਕ ਜਾਤੀ ਦੀ, ਇੱਕ ਵਿਅਕਤੀ ਦੀ ਰਾਜਨੀਤੀ ਨਹੀਂ ਕਰਦੇ, ਸਾਰਿਆਂ ਦੇ ਭਲੇ ਦੀ ਗੱਲ ਕਰਦੇ ਹਾਂ ਔਰ ਸਾਰਿਆਂ ਦੇ ਨੂੰ ਉੱਪਰ ਉਠਾਉਣ ਦੀ ਗੱਲ ਕਰਦੇ ਹਾਂ। ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਸਾਡੀ ਵਿਚਾਰਧਾਰਾ ਯੁੱਗ ਪੁਰਸ਼ ਦੀਨ ਦਿਆਲ ਉਪਾਧਿਆਏ ਜੀ ਨੇ ਇੱਕ ਆਤਮ ਮਾਨਵ ਦਰਸ਼ਨ ਸਾਨੂੰ ਦਿੱਤਾ, ਉਸ ਨੂੰ ਲੈ ਕੇ ਅਸੀਂ ਕੰਮ ਕਰਦੇ ਹਾਂ। ਔਰ ਪੰਜਾਬ ਦਾ ਸਾਡਾ ਵਿਜ਼ਨ, ਅਸੀਂ ਜਿਹੜਾ ਇਨਫਰਾਸਟਰਕਚਰ ਆ ਹੁਣ ਵੀ ਮੋਦੀ ਜੀ ਦੀ ਜਿਹੜੀ ਰੈਲੀ ਇਹਨਾਂ ਨੇ ਰੋਕੀ
ਉਸ ਦਿਨ 52,000 ਕਰੋੜ ਦੇ ਪ੍ਰੋਜੈਕਟ ਘੋਸ਼ਣਾਵਾਂ ਹੋਈਆਂ ਸੀ। 2 ਏਮਸ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ, ਆਲ ਇੰਡੀਆ ਮੈਡੀਕਲ ਇੰਸਟੀਚਿਊਟ। ਇੱਕ ਬਣ ਜੇ ਕਿਸੇ ਸਟੇਟ ਦੇ ਅੰਦਰ, ਉਹੀ ਬਹੁਤ ਮਰੀਜ਼ਾਂ ਨੂੰ ਜੋ ਧੱਕੇ ਖਾਣੇ ਪੈਂਦੇ ਆ, ਉਹ ਤੁਸੀਂ ਅਸੀਂ ਸਾਰੇ ਹੀ ਸਮਝਦੇ ਹਾਂ। ਅੱਜ PGI ਸਾਰੇ ਜਾਂਦੇ ਆ। 2 ਏਮਸ ਬਣਨੇ ਸੀ, ਇੱਕ PGI ਸੈਟੇਲਾਈਟ ਸੈਂਟਰ ਦਾ ਉਦਘਾਟਨ ਹੋਣਾ ਸੀ ਫਿਰੋਜ਼ਪੁਰ ਦੇ ਅੰਦਰ, ਔਰ ਤੀਸਰਾ ਜਿਹੜਾ ਸੁਪਰ ਐਕਸਪ੍ਰੈਸਵੇ ਜੰਮੂ ਤੋਂ ਕਟਰਾ ਤੱਕ, ਕਟਰਾ ਤੋਂ ਇੱਥੇ ਸ਼੍ਰੀ ਅੰਮ੍ਰਿਤਸਰ ਸਾਹਿਬ, ਫਿਰ ਦਿੱਲੀ, ਉਸ ਦਾ ਵੀ ਉਸ ਦਿਨ ਸ਼੍ਰੀ ਗਣੇਸ਼ ਹੋਣਾ ਸੀ। ਤੇ ਮੈਂ ਸਮਝਦਾ ਕਿ ਵਿਕਾਸ 'ਚ ਉਹਨਾਂ ਨੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ, ਔਰ ਉਸੇ ਦਿਨ ਹੀ ਪ੍ਰਧਾਨ ਮੰਤਰੀ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਹੋਈ ਹੈ, ਔਰ ਉਸ ਦੇ ਲਈ ਘੋਸ਼ਣਾ ਕਰਨੀ ਸੀ 20 ਬਾਲ ਦਿਵਸ ਨੂੰ, ਔਰ ਉਹਨਾਂ ਨੂੰ ਕਿਤਾਬਾਂ 'ਚ ਪੂਰੇ ਦੇਸ਼ 'ਚ ਪੜ੍ਹਾਇਆ ਜਾਵੇ ਤਾਂ ਕਿ ਦੇਸ਼ ਦੇ ਬਾਕੀ ਬੱਚੇ ਉਹਨਾਂ ਤੋਂ ਪ੍ਰੇਰਨਾ ਲੈ ਸਕਣ। ਜਿਹੜੀ ਉਮਰ ਉਹਨਾਂ ਦੀ ਸੀ, ਇੰਨੀ ਛੋਟੀ ਉਮਰ 'ਚ ਬੱਚੇ ਮਾਂ ਦੀ ਗੋਦ 'ਚੋਂ ਬਾਹਰ ਨਹੀਂ ਨਿਕਲਦੇ, ਉਹਨਾਂ ਨੂੰ ਮਾਂ ਦੀ ਗੋਦ ਦਾ ਨਿੱਘ ਚਾਹੀਦਾ ਹੁੰਦਾ, ਤੇ ਉਹ ਇੰਨੀ ਸਰਦੀ ਦੇ ਦਿਨ ਔਰ ਠੰਡੇ ਬੁਰਜ 'ਚ ਵੀ ਰਹੇ। ਉਸ ਤੋਂ ਬਾਅਦ ਦੀਵਾਰਾਂ 'ਚ ਚਿਣੇ ਗਏ, ਔਰ ਉਹਨਾਂ ਨੇ ਇੱਕ ਵਾਰ ਵੀ ਡੋਲੇ ਨਹੀਂ। ਔਰ ਮੇਰਾ ਖਿਆਲ ਅੱਜ ਤੋਂ ਇੱਕ ਵਿਦਵਾਨ ਨੇ, ਉਹਨਾਂ ਨੇ ਲਿਖਿਆ, ਇਤਿਹਾਸਕਾਰ, ਕਿ ਅੱਜ ਤੋਂ 100 ਸਾਲ ਬਾਅਦ ਜਦੋਂ ਕੋਈ ਇਤਿਹਾਸ ਲਿਖੂਗਾ, ਉਸ ਇਤਿਹਾਸ ਨੂੰ ਪੜ੍ਹੂਗਾ, ਲੋਕਾਂ ਨੂੰ ਜਾਣਕਾਰੀ ਨਹੀਂ ਹੋਊਗੀ, ਤਾਂ ਉਹ ਸੋਚਿਆ ਕਰਨਗੇ ਕਿ ਇੱਦਾਂ ਦੇ ਵੀ ਬੱਚੇ ਹੋਏ ਨੇ। ਇੱਕ ਸੋਚਣ ਵਾਲੀ ਗੱਲ ਹੈ। ਤੇ ਇਹਨਾਂ ਨੇ ਉਸ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ। ਇਹ ਕਾਂਗਰਸ ਔਰ ਇਹ ਸਾਰੇ ਲੋਕ ਮਿਲ ਕੇ ਸੱਤਾ ਚਾਹੁੰਦੇ ਆ, ਦੇਸ਼ ਦਾ ਜਾਂ ਸੂਬੇ ਦਾ ਭਲਾ ਨਹੀਂ ਚਾਹੁੰਦੇ, ਵਿਕਾਸ ਨਹੀਂ ਚਾਹੁੰਦੇ। ਅਸੀਂ ਵਿਕਾਸ ਦੇ ਲਈ ਸਮਰਪਿਤ ਹਾਂ, ਭਾਰਤੀ ਜਨਤਾ ਪਾਰਟੀ। ਤੇ ਮੈਂ ਇਹ ਸਮਝਦਾ ਕਿ ਤੁਸੀਂ ਸਾਰੇ ਸਹਿਯੋਗ ਵੀ ਦਿਓ, ਆਸ਼ੀਰਵਾਦ ਵੀ। ਤੇ ਮੈਂ ਇੱਥੋਂ ਦੀ ਜਨਤਾ ਨੂੰ ਵੀ ਅਪੀਲ ਕਰਦਾ ਕਿ ਸਾਡੀ ਉਮੀਦਵਾਰ ਪੂਨਮ ਮਾਨਿਕ ਜੀ, ਔਰ ਸਾਡੇ ਲਈ ਤਾਂ ਉਮੀਦਵਾਰ ਤਾਂ ਅਲੱਗ ਗੱਲ ਹੁੰਦੀ ਆ, ਕਮਲ ਦਾ ਜਿਹੜਾ ਨਿਸ਼ਾਨ ਆ ਉਹੀ, ਉਹਦੇ ਲਈ ਅਸੀਂ ਸਾਰੇ ਸਮਰਪਿਤ ਹਾਂ, ਉਹਦੇ ਲਈ ਅਸੀਂ ਗੱਲ ਕਰਦੇ ਹਾਂ। ਤੇ ਮੈਂ ਇਹ ਸਮਝਦਾ ਕਿ ਸਾਰੇ ਇਹਦੇ 'ਚ ਸਹਿਯੋਗ ਦੇਵਾਂਗੇ, ਔਰ 20 ਫਰਵਰੀ ਨੂੰ ਕਮਲ ਦੇ ਨਿਸ਼ਾਨ 'ਤੇ ਬਟਨ ਦਬਾ ਕੇ ਸਾਡੇ ਉਮੀਦਵਾਰ ਜਿਹੜੇ ਆ ਉਹਨਾਂ ਨੂੰ ਕਾਮਯਾਬ ਕਰੋਗੇ, ਔਰ ਪੰਜਾਬ 'ਚ ਇੱਕ ਵਧੀਆ ਸਰਕਾਰ ਲਿਆਓਗੇ। ਔਰ ਵਧੀਆ ਸਰਕਾਰ ਕਿਹੜੀ, ਇੱਥੇ ਕੇਂਦਰ ਦੀਆਂ ਸਕੀਮਾਂ ਆਉਂਦੀਆਂ ਨੇ ਉਹ ਬਿਲਕੁਲ ਇੰਪਲੀਮੈਂਟ ਨਹੀਂ ਹੁੰਦੀਆਂ, ਔਰ ਜਦੋਂ ਡਬਲ ਇੰਜਨ ਦੀ ਸਰਕਾਰ ਹੋ, ਜਿਹੜੀ ਕੇਂਦਰ 'ਚ ਸਰਕਾਰ ਹੈ, ਇੱਥੇ ਸਰਕਾਰ ਹੋ, ਇਹ ਯੂਜ਼ਰ ਸਰਟੀਫਿਕੇਟ ਨਹੀਂ ਦਿੰਦੇ, ਇਸ ਕਰਕੇ ਦੁਬਾਰਾ ਪੈਸਾ ਨਹੀਂ ਆਉਂਦਾ, ਇਸ਼ੂ ਨਹੀਂ ਹੁੰਦਾ, ਉੱਥੋਂ ਆ ਨਹੀਂ ਸਕਦਾ। ਤੇ ਇਹ ਜੇ ਤੁਸੀਂ ਚਾਹੁੰਦੇ ਹੋ ਕਿ ਪੂਰਾ ਪੈਸਾ ਉੱਥੋਂ ਆਇਆ ਇੱਥੇ ਲੱਗੇ, ਸਹੀ ਸਥਾਨ 'ਤੇ ਲੱਗੇ, ਔਰ ਦੇਸ਼ ਸੂਬੇ ਦਾ ਵਿਕਾਸ ਹੋਵੇ, ਔਰ ਜਿਸ ਕੰਮ ਦੇ ਲਈ ਕੇਂਦਰ ਸਰਕਾਰ ਪ੍ਰਯਾਸ ਕਰਦੀ ਹੈ ਉਹ ਸਾਰੇ ਕੰਮ ਪੂਰੇ ਹੋਣ, ਤੇ ਉਹਦੇ ਲਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇੱਥੇ ਹੋਣਾ ਤੇ NDA ਦੀ ਸਰਕਾਰ ਹੋਣਾ ਬਹੁਤ ਜ਼ਰੂਰੀ ਹੈ। ਹੁਣ ਤੁਸੀਂ ਪੁੱਛ ਲਓ। ਗਰੋੜ ਸੇ ਜਿਵੇਂ ਕਿਸਾਨੀ ਅੰਦੋਲਨ ਚੱਲਿਆ 1.5 ਸਾਲ, ਤੁਸੀਂ ਇਹ ਸਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਿਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ। ਧੰਨਵਾਦ।